हेलो स्टूडेंट्स, I'm सुखविंदर कौर फ्रॉम डिपार्टमेंट ऑफ इकोनॉमिक्स GGDST कॉलेज हरियाणा हुशियारपुर। ਅਸੀਂ ਲਾਸਟ ਲੈਕਚਰ ਦੇ ਵਿੱਚ ਟੌਪਿਕ ਸ਼ੁਰੂ ਕੀਤਾ ਸੀਗਾ ਰੈਂਟ, ਤੇ ਅੱਜ ਅਸੀਂ ਉਹਦਾ ਅੱਗੇ ਜਿਹੜਾ ਪਾਰਟ ਹੈ ਆਪਾਂ ਥਿਊਰੀਜ਼ ਆਫ ਰੈਂਟ ਕੀਤੀਆਂ। ਪਿਛਲੇ ਲੈਕਚਰ ਦੇ ਵਿੱਚ ਗੱਲ ਕੀਤੀ ਕਿ ਦੋ ਥਿਊਰੀਜ਼ ਹੈ, ਇੱਕ ਕਲਾਸੀਕਲ ਥਿਊਰੀ ਹੈ ਰੈਂਟ ਦੀ, ਰਿਕਾਰਡੋ ਦੀ ਥਿਊਰੀ ਹੈ ਜਿਹੜੀ, ਤੇ ਦੂਸਰੀ ਮਾਡਰਨ ਥਿਊਰੀ ਆਫ ਰੈਂਟ ਆ, ਉਹ ਅੱਜ ਦੀ ਲੈਕਚਰ 'ਚ ਆਪਾਂ ਕਰਾਂਗੇ। ਮਾਡਰਨ ਥਿਊਰੀ ਹੈ ਜਿਹੜੀ ਰੈਂਟ ਦੀ, ਇਹ ਜਿਹੜਾ ਰਿਕਾਰਡੋ ਦਾ ਕਲਾਸੀਕਲ ਸਿਧਾਂਤ ਆਪਾਂ ਕੀਤਾ ਹੀ ਹੈ, ਉਹਦੀ ਥੋੜ੍ਹੀ ਬਰੋਡਰ ਅਤੇ ਉਹਦਾ ਥੋੜ੍ਹਾ ਸੁਧਰਿਆ ਰੂਪ ਆ। ਔਰ ਸਭ ਤੋਂ ਪਹਿਲਾਂ ਇਹ ਸਿਧਾਂਤ ਸਾਨੂੰ JS ਮਿਲ ਨੇ ਦਿੱਤਾ ਸੀ। ਉਸ ਤੋਂ ਬਾਅਦ ਇਹਦੀ ਡਿਵੈਲਪਮੈਂਟ ਦੇ ਵਿੱਚ ਜੈਵਨਸ, ਪੈਰੇਟੋ, ਮਾਰਸ਼ਲ, ਮਿਸਿਸ ਰੋਬਿਨਸਨ ਨੇ ਕਾਫੀ ਜਿਹੜਾ ਇੰਪੋਰਟੈਂਟ ਰੋਲ ਪਲੇ ਕੀਤਾ ਹੈ। ਔਰ ਮਾਡਰਨ ਅਰਥਸ਼ਾਸਤਰੀ ਹੈ ਜਿਹੜੇ ਉਹ ਕੀ ਕਹਿੰਦੇ, ਇਕਨੋਮਿਕ ਰੈਂਟ ਮੇ ਬੀ ਡਿਫਾਈਨਡ ਐਜ਼ ਐਨੀ ਪੇਮੈਂਟ ਆਫ ਟੂ ਅ ਫੈਕਟਰ ਆਫ ਪ੍ਰੋਡਕਸ਼ਨ ਵਿਚ ਇਜ਼ ਐਕਸੈਸ ਆਫ ਇਟਸ ਟੋਟਲ ਸਪਲਾਈ ਪ੍ਰਾਈਸ। ਮੀਨਸ ਜਿਹੜਾ ਇਹਦੇ ਸਪਲਾਈ ਪ੍ਰਾਈਸ ਤੋਂ ਜ਼ਿਆਦਾ ਹੋਏਗਾ ਉਹ ਰੈਂਟ ਹੋਏਗਾ। ਇਸ ਲਈ ਰੈਂਟ ਉਹ ਕੀ ਕਹਿੰਦੇ ਆ, ਐਕਚੁਅਲ ਇਨਕਮ ਮਾਈਨਸ ਟਰਾਂਸਫਰ ਅਰਨਿੰਗ ਹੈ ਜਿਹੜੀ ਉਹ ਰੈਂਟ ਹੋਏਗੀ। ਇਹ ਡੈਫੀਨੇਸ਼ਨ ਖੈਰ ਆਪਾਂ ਕੱਲ੍ਹ ਵੀ ਕੀਤੀ ਸੀਗੀ। ਉਸ ਤੋਂ ਬਾਅਦ ਇਹਦੇ ਵਿੱਚ ਨੈਕਸਟ ਕੁਐਸਚਨ ਜਿਹੜਾ ਇਸ ਥਿਊਰੀ ਦੇ ਵਿੱਚ ਉਹਨਾਂ ਨੇ ਐਕਸਪਲੇਨ ਕੀਤਾ, ਵਾਈ ਵਟ ਇਜ਼ ਦਾ ਟਰਾਂਸਫਰ ਅਰਨਿੰਗ। ਕਿ ਟਰਾਂਸਫਰ ਅਰਨਿੰਗ ਤਾਂ ਤੁਸੀਂ ਕਹੀ ਜਾਂਦੇ ਹੋ, ਅਸੀਂ ਲਾਸਟ ਲੈਕਚਰ 'ਚ ਵੀ ਕੀਤਾ ਸੀ ਕਿ ਟਰਾਂਸਫਰ ਅਰਨਿੰਗ ਕੀ ਹੁੰਦੀ। ਵਟ ਇਜ਼ ਟਰਾਂਸਫਰ ਅਰਨਿੰਗ? ਉਤਪਾਦਨ ਦੇ ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਹੁੰਦੇ ਆ ਉਹਨਾਂ ਦੇ ਕਾਫੀ ਸਾਰੇ ਅਲੱਗ-ਅਲੱਗ ਯੂਜ਼ ਹੁੰਦੇ ਆ। ਉਹਨਾਂ ਦੇ ਵਿੱਚੋਂ ਮਤਲਬ ਉਹਨੂੰ ਅਸੀਂ ਇਸ ਕੰਮ ਲਈ ਵਰਤ ਸਕਦੇ ਹਾਂ, ਦੂਸਰੀ ਜਗ੍ਹਾ ਵੀ ਵਰਤ ਸਕਦੇ ਹਾਂ। ਪਰ ਜਦੋਂ ਅਸੀਂ ਉਹਨੂੰ ਦੂਸਰੀ ਜਗ੍ਹਾ ਉਹਦਾ ਕੰਜ਼ਿਊਮ ਕਰਾਂਗੇ, ਉਸ ਫੈਕਟਰ ਨੂੰ ਯੂਜ਼ ਕਰਾਂਗੇ, ਤਾਂ ਸਾਨੂੰ ਜਿਹੜੀ ਉਹਦੇ ਪਹਿਲੇ ਯੂਜ਼ ਤੋਂ ਉਹਦੀ ਇਨਕਮ ਹੋਣੀ ਸੀ ਉਹਦੀ ਲੋਸ ਹੋਏਗੀ। ਇਹ ਜਿਹੜਾ ਇਹਨੂੰ ਅਸੀਂ ਟਰਾਂਸਫਰ ਅਰਨਿੰਗ ਜਾਂ ਓਪਰਚੁਨਿਟੀ ਕਾਸਟ ਕਹਿੰਦੇ ਆ। ਤਾਂ ਉਸ ਤੋਂ ਬਾਅਦ ਇਹਦੇ ਵਿੱਚ ਕਾਫੀ ਸਾਰੀਆਂ ਡੈਫੀਨੇਸ਼ਨਸ ਆ। ਜਿੱਦਾਂ ਰੈਂਟ ਨੇ ਸਟੋਨੀਅਰ ਐਂਡ ਹੈਗ ਨੇ ਕਿਹਾ, ਰੈਂਟ ਇਜ਼ ਦੀ ਪੇਮੈਂਟ ਇਜ਼ ਦੀ ਐਕਸੈਸ ਆਫ ਟਰਾਂਸਫਰ ਅਰਨਿੰਗ। ਜਿਹੜੀ ਤੁਹਾਡੀ ਓਪਰਚੁਨਿਟੀ ਕਾਸਟ ਆ ਉਹ ਜਿੰਨੀ ਐਕਸੈਸ ਹੋਏਗੀ ਉਹ ਉਨਾ ਤੁਹਾਡਾ ਰੈਂਟ ਹੋਏਗਾ। ਹੁਣ ਨੈਕਸਟ ਕੁਐਸਚਨ ਇਹ ਸੀ ਕਿ ਰੈਂਟ ਰਾਈਜ਼ ਹੀ ਕਿਉਂ ਹੁੰਦਾ, ਰੈਂਟ ਹੁੰਦਾ ਹੀ ਕਿਉਂ ਪੈਦਾ। ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿਉਂਕਿ ਜਿਹੜੀ ਲੈਂਡ ਆ ਤੁਹਾਡੀ ਸਕੇਅਰ ਹੈਗੀ ਆ, ਔਰ ਜਿਹੜੀ ਲੈਂਡ ਆ ਉਹਦੇ ਵਿੱਚ ਤੁਹਾਡੀ ਓਪਰਚੁਨਿਟੀ ਕਾਸਟ ਵੀ ਹੁੰਦੀ ਆ, ਉਹਦੇ ਵਿੱਚ ਟਰਾਂਸਫਰ ਅਰਨਿੰਗ ਵੀ ਹੁੰਦੀ ਹੈ। ਔਰ ਉਸ ਤੋਂ ਬਾਅਦ ਜਿਹੜੀ ਤੁਹਾਡੀ ਲੈਂਡ ਆ ਉਹਦੀ ਜਿਹੜੀ ਸਪਲਾਈ ਆ, ਦੂਜੇ ਸਾਧਨ ਆ ਜਿਹੜੇ ਉਤਪਾਦਨ ਦੇ ਦੂਜੇ ਸਾਧਨ ਆ, ਲੇਬਰ ਕੈਪੀਟਲ ਦੇ ਨਾਲੋਂ ਇਹਦੀ ਜਿਹੜੀ ਸਪਲਾਈ ਆ ਉਹ ਦੀ ਮੰਗ ਤੋਂ ਘੱਟ ਹੈਗੀ ਹੈ। ਇਸ ਕਰਕੇ ਜਿਹੜਾ ਰੈਂਟ ਆ ਉਹ ਰਾਈਜ਼ ਹੁੰਦਾ। ਉਸ ਤੋਂ ਬਾਅਦ ਰੈਂਟ ਜਿਹੜਾ ਉਹ ਡਿਟਰਮਿਨ ਕਿੱਦਾਂ ਹੁੰਦਾ, ਇਹਦੇ ਵਿੱਚ ਦੋ ਤਰ੍ਹਾਂ ਨੂੰ ਐਕਸਪਲੇਨ ਕੀਤੀ ਜਾਂਦੀ। ਇੱਕ ਤਾਂ ਲੈਂਡ ਦੇ ਉੱਤੇ ਰੈਂਟ ਲੱਗਦਾ, ਉਹ ਕਹਿੰਦਾ ਰੈਂਟ ਆਫ ਲੈਂਡ ਆ, ਅਤੇ ਦੂਸਰਾ ਜਨਰਲ ਕੰਸੈਪਟ ਆਫ ਰੈਂਟ ਇਜ਼ ਡਿਫਰੈਂਸ ਬਿਟਵੀਨ ਦੀ ਐਕਚੁਅਲ ਅਰਨਿੰਗ ਐਂਡ ਟਰਾਂਸਫਰ ਅਰਨਿੰਗ। ਟਰਾਂਸਫਰ ਅਤੇ ਐਕਚੁਅਲ ਅਰਨਿੰਗ ਦਾ ਜਿਹੜਾ ਡਿਫਰੈਂਸ ਹੁੰਦਾ ਉਹਦੇ ਕਰਕੇ ਰੈਂਟ ਹੁੰਦਾ ਰਾਈਜ਼ ਨਾ। ਸਭ ਤੋਂ ਪਹਿਲਾਂ ਤੁਹਾਨੂੰ ਉਹੀ ਕੀਤਾ ਕਿ ਸਭ ਤੋਂ ਪਹਿਲਾਂ ਤਾਂ ਰੈਂਟ ਜਿਹੜਾ ਰਾਈਜ਼ ਕਿੱਦਾਂ ਹੁੰਦਾ, ਡਿਟਰਮੀਨੇਸ਼ਨ ਆਫ ਰੈਂਟ ਜਾਂ ਫਿਰ ਸਕੇਅਰਸਿਟੀ ਥਿਊਰੀ ਆਫ ਰੈਂਟ ਵੀ ਇਹਨੂੰ ਕਹਿੰਦੇ ਆ। ਕਿ ਦੇਖੋ ਤੁਸੀਂ ਇੱਕ ਲੈਂਡ ਦੀ ਡਿਮਾਂਡ ਕਰਦੇ ਪਏ ਹੋ, ਇੱਕ ਸਪਲਾਈ ਕਰਦੇ ਪਏ ਹੋ। ਹੁਣ ਦੇਖੋ ਜੇ ਆਪਾਂ, ਕਿਉਂਕਿ ਲੈਂਡ ਇਜ਼ ਅ ਫਿਕਸਡ ਫੈਕਟਰ, ਔਰ ਲੈਂਡ ਆ ਜਿਹੜਾ ਨੈਚੁਰਲ ਫੈਕਟਰ ਆ, ਇਹਨੂੰ ਤੁਸੀਂ ਆਪ ਤਾਂ ਨਹੀਂ ਕ੍ਰੀਏਟ ਕਰ ਸਕਦੇ ਕਿ ਤੁਸੀਂ ਕਹੋ ਜੀ ਮੈਂ ਲੈਂਡ ਕ੍ਰੀਏਟ ਕਰ ਲੂੰਗਾ, ਇੱਦਾਂ ਤਾਂ ਨਹੀਂ ਹੋ ਸਕਦਾ। ਲੈਂਡ ਅਸੀਂ ਕ੍ਰੀਏਟ ਤਾਂ ਕਰ ਨਹੀਂ ਸਕਦੇ। ਇਸ ਲਈ ਹੈਲੋ, ਅੱਛਾ, ਅਤੇ ਹੁਣ ਅਸੀਂ ਕਰਦੇ ਪਏ ਹਾਂ ਸਭ ਤੋਂ ਪਹਿਲਾਂ ਡਿਟਰਮੀਨੇਸ਼ਨ ਆਫ ਰੈਂਟ ਜਿਹੜੀ ਉਹ ਕਿੱਦਾਂ ਹੋਏਗੀ, ਹੈ ਨਾ। ਅਤੇ ਇਹਦੇ ਵਿੱਚ ਉਹਨੇ ਕਿਹਾ ਕਿ ਦੋ ਤਰ੍ਹਾਂ ਦਾ, ਇੱਕ ਤਾਂ ਰੈਂਟ ਆਫ ਲੈਂਡ ਆ, ਅਤੇ ਜਿਹੜਾ ਲੈਂਡ ਦੇ ਉੱਤੇ ਰੈਂਟ ਲੱਗਦਾ। ਹੁਣ ਜਿਹੜਾ ਅਤੇ ਦੂਸਰਾ ਜਿਹੜਾ ਜਨਰਲ ਕੰਸੈਪਟ ਆਫ ਰੈਂਟ ਇਜ਼ ਡਿਫਰੈਂਸ ਬਿਟਵੀਨ ਦੀ ਐਕਚੁਅਲ ਅਰਨਿੰਗ ਐਂਡ ਟਰਾਂਸਫਰ ਅਰਨਿੰਗ। ਇਹ ਤਾਂ ਬਾਅਦ 'ਚ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਫਸਟ ਪੁਆਇੰਟ ਹੈ ਜਿਹੜਾ ਰੈਂਟ ਆਫ ਲੈਂਡ, ਜਾਂ ਫਿਰ ਤੁਸੀਂ ਇਹਨੂੰ ਕਰ ਲਓ ਡਿਟਰਮੀਨੇਸ਼ਨ ਆਫ ਰੈਂਟ ਆਫ ਲੈਂਡ। ਜਿਹੜਾ ਲੈਂਡ ਦੇ ਉੱਤੇ ਰੈਂਟ ਲੱਗਦਾ ਉਹ ਡਿਟਰਮਿਨ ਕਿੱਦਾਂ ਹੋਏਗਾ, ਜਾਂ ਫਿਰ ਇਹਨੂੰ ਤੁਸੀਂ ਸਕੇਅਰਸਿਟੀ ਆਫ ਰੈਂਟ ਵੀ ਕਹਿੰਦੇ। ਕਿਉਂਕਿ ਜਿਹੜੇ ਸਾਡੇ ਇਕੋਨਮਿਸਟ ਆ ਉਹਨਾਂ ਦਾ ਮੰਨਣਾ ਆ ਕਿ ਜਿਹੜੀ ਲੈਂਡ ਆ ਉਹ ਸਕੇਅਰ ਆ, ਉਹ ਨੈਚੁਰਲ ਆ, ਔਰ ਨੇਚਰ ਦਾ ਦਿੱਤਾ ਹੋਇਆ ਸਾਨੂੰ ਫੈਕਟਰ ਆਫ ਪ੍ਰੋਡਕਸ਼ਨ ਆ, ਔਰ ਉਹ ਸਕੇਅਰ ਆ, ਉਹਦੇ ਵਿੱਚ ਤੁਸੀਂ ਆਪਣੇ ਆਪ ਇਨਕਰੀਜ਼ ਨਹੀਂ ਕਰ ਸਕਦੇ। ਇਸ ਕਰਕੇ ਉਹਦੇ ਉੱਤੇ ਜਿਹੜਾ ਰੈਂਟ ਆ ਉਹ ਰਾਈਜ਼ ਹੁੰਦਾ। ਹੁਣ ਦੇਖੋ ਜਿਹੜਾ ਜਦੋਂ ਰੈਂਟ ਡਿਟਰਮਿਨ ਹੋਏਗਾ ਉਹ ਤਾਂ ਡਿਮਾਂਡ ਅਤੇ ਸਪਲਾਈ ਦੀਆਂ ਫੋਰਸਿਸ ਦੇ ਨਾਲ ਹੀ ਹੋਏਗਾ। ਡਿਮਾਂਡ ਫਾਰ ਲੈਂਡ ਐਂਡ ਸਪਲਾਈ ਆਫ ਲੈਂਡ। ਡਿਮਾਂਡ ਸਾਡੀ ਜਿਹੜੀ ਹੁੰਦੀ ਆ, ਵੈਸੇ ਜਿੱਦਾਂ ਅਸੀਂ ਮੰਨ ਕੇ ਚੱਲਦੇ ਪਏ ਹਾਂ ਕਿ ਡਿਮਾਂਡ ਜਿਹੜੀ ਸਾਡੀ ਐਗਰੀਕਲਚਰਲ ਐਕਟੀਵਿਟੀਜ਼ ਲਈ ਹੁੰਦੀ ਹੈ, ਜਾਂ ਫਿਰ ਇੰਡਸਟਰੀਅਲ ਪਰਪਜ਼ ਲਈ ਵੀ ਖੈਰ ਹੋਣੀ ਹੈ, ਡਿਮਾਂਡ ਹੋਏਗੀ ਤੁਹਾਡੀ, ਹੈ ਨਾ। ਅਤੇ ਉਸ ਤੋਂ ਬਾਅਦ ਸਪਲਾਈ ਆਫ ਲੈਂਡ ਆ ਜਿਹੜੀ ਉਹ ਤਾਂ ਪੂਰੀ ਤਰ੍ਹਾਂ ਪਰਫੈਕਟਲੀ ਇਨਲਾਸਟਿਕ ਆ, ਕਿਉਂਕਿ ਸਪਲਾਈ ਜਿਹੜੀ ਲੈਂਡ ਆ ਉਹ ਕੀ ਹੁੰਦੀ ਹੈ, ਫਿਕਸ। ਉਹਦੇ ਵਿੱਚ ਤੁਸੀਂ ਵਾਧਾ ਤਾਂ ਕਰ ਨਹੀਂ ਸਕਦੇ। ਇਸ ਲਈ ਇਹਨੂੰ ਇਸ ਤਰ੍ਹਾਂ ਦੇਖੋ ਦਿਖਾਇਆ ਗਿਆ, ਪਰਫੈਕਟਲੀ ਇਨਲਾਸਟਿਕ ਜਦੋਂ ਹੁੰਦਾ ਕੁਛ, ਅਤੇ ਉਹਦੀ ਜਿਹੜੀ ਕਰਵ ਆ ਉਹ ਆ ਹੁੰਦੀ ਹੈ। ਸੌਰੀ ਇੱਧਰ ਨੂੰ ਆ ਜਾ ਵੀਰੇ। ਹਾਂ ਨਹੀਂ ਸੌਰੀ ਅਜੇ ਵੀ ਹਾਂ। ਦੇਖੋ ਆ ਜਿਹੜਾ SS ਕਰਵ ਆ, ਮੀਨਸ ਇਹ ਦੇਖੋ OX ਦੇ ਉੱਤੇ ਤੁਸੀਂ ਯੂਨਿਟਸ ਆਫ ਲੈਂਡ ਲਏ ਆ, ਐਂਡ OY ਦੇ ਉੱਤੇ ਤੁਸੀਂ ਰੈਂਟ ਲਿਆ।
ਜਿਹੜੀ ਐਸਐਸ ਕਰਵ ਆ ਉਹ ਤੁਹਾਡੀ ਲੈਂਡ ਦੀ ਸਪਲਾਈ ਕਰਵ ਆ। ਦੇਖੋ ਉਹ ਵਾਈ ਐਕਸਸ ਦੇ ਉਹ ਵਾਈ ਦੇ ਇੱਕਦਮ ਬਰਾਬਰ ਹੈਗੀ ਆ। ਉਹਦੇ ਨਾਲ ਹੀ ਉਹਦੇ ਵਾਂਗ ਹੀ ਇੱਕ ਫਿਕਸਡ ਲਾਈਨ ਆ ਜਿਹੜੀ ਇੱਕ ਸਟ੍ਰੇਟ ਲਾਈਨ ਆ ਉਹ ਜਿਹੜੀ ਹੈਗੀ ਆ ਵਰਟੀਕਲ ਲਾਈਨ ਆ। ਅਤੇ ਇਹ ਵਰਟੀਕਲ ਕਿਉਂ ਆ? ਜਦੋਂ ਕੋਈ ਲਾਈਨ ਇਸ ਤਰ੍ਹਾਂ ਵਾਈ ਐਕਸਸ 'ਤੇ ਵਰਟੀਕਲ ਹੁੰਦੀ ਹੈ ਨਾ, ਤਾਂ ਉਹਦਾ ਮਤਲਬ ਹੁੰਦਾ ਕਿ ਜਿਹੜੀ ਉਹ ਲੈਂਡ ਆ, ਜਿਹੜੀ ਵੀ ਚੀਜ਼ ਤੁਸੀਂ ਕਹਿੰਦੇ ਪਏ ਹੋ ਜਿਹਦੇ ਲਈ ਵੀ ਉਹ ਡਰੋ ਕੀਤੀ ਗਈ ਆ, ਉਹ ਜਿਹੜੀ ਫੈਕਟਰ ਆ ਉਹ ਪਰਫੈਕਟਲੀ ਇਨਲਾਸਟਿਕ ਆ। ਅਤੇ ਇਹ ਅਸੀਂ ਡਰੋ ਕੀਤਾ ਸਪਲਾਈ ਆਫ ਲੈਂਡ ਲਈ, ਕਿਉਂਕਿ ਸਪਲਾਈ ਆਫ ਲੈਂਡ ਪਰਫੈਕਟਲੀ ਇਨਲਾਸਟਿਕ। ਪਰਫੈਕਟਲੀ ਇਨਲਾਸਟਿਕ ਦਾ ਮਤਲਬ ਉਹਦੇ 'ਚ ਚੇਂਜ ਕਰ ਹੀ ਨਹੀਂ ਸਕਦੇ ਤੁਸੀਂ ਨਾ, ਇਸ ਲਈ ਉਹਦੀ ਜਿਹੜੀ ਸਪਲਾਈ ਆਫ ਫਿਕਸ ਆ, ਇਸ ਲਈ ਉਹ ਸਟ੍ਰੇਟ ਇੱਕ ਵਰਟੀਕਲ ਲਾਈਨ ਆ ਵਾਈ ਐਕਸਸ ਤੇ ਵਰਟੀਕਲ ਉਹ ਹੈਗੀ ਆ। ਅਤੇ ਦੂਸਰਾ ਡਿਮਾਂਡ ਕਰਵਸ ਦਾ। ਡਿਮਾਂਡ ਕਰਵਸ ਆਪਾਂ ਡਿਮਾਂਡ ਦਾ ਕੰਸੈਪਟ ਕਰ ਹੀ ਚੁੱਕੇ ਹਾਂ ਕਿ ਜਿਹੜੀ ਡਿਮਾਂਡ ਕਰਵਾ ਉਹ ਸਾਡੀ ਡਾਊਨਵਰਡ ਸਲੋਪ ਦੀ ਹੁੰਦੀ ਆ। ਡਿਮਾਂਡ ਜਿਹੜੀ ਆ ਜਿੰਨੀ ਤੁਹਾਡੀ ਘੱਟ ਹੋਏਗੀ ਰੈਂਟ ਘੱਟ ਹੋਏਗਾ, ਜਿੰਨੀ ਡਿਮਾਂਡ ਜ਼ਿਆਦਾ ਹੋਏਗੀ ਰੈਂਟ ਜ਼ਿਆਦਾ ਹੋਏਗਾ, ਕਿਉਂਕਿ ਸਪਲਾਈ ਤਾਂ ਫਿਕਸ ਆ। ਜੇ ਡਿਮਾਂਡ ਤੁਹਾਡੀ ਘੱਟ ਆ, ਜੇ ਡਿਮਾਂਡ ਕਰੋ ਤੁਹਾਡੀ D3 'ਤੇ ਇੱਕ ਤਰ੍ਹਾਂ ਨਾਲ ਰੈਂਟ ਹੋਏਗਾ ਹੀ ਨਹੀਂ। ਜੇ D2 'ਤੇ ਡਿਮਾਂਡ ਹੋਏਗੀ ਤਾਂ R2 ਰੈਂਟ ਹੋਏਗਾ। ਜੇ D ਡਿਮਾਂਡ ਹੋਏਗੀ ਤਾਂ E 'ਤੇ ਕੱਟਦੀ ਪਈ ਆ ਸਪਲਾਈ ਨੂੰ ਉਹ, ਅਤੇ R ਰੈਂਟ ਹੋਏਗਾ। ਜੇ D1 ਡਿਮਾਂਡ ਹੋਏਗੀ ਤਾਂ ਉਹ SS ਕਰਵ ਨੂੰ E1 ਦੇ ਉੱਤੇ ਕੱਟਦੀ ਪਈ ਆ ਤਾਂ R1 ਰੈਂਟ ਹੋਏਗਾ। ਇਸ ਲਈ ਇਸ ਤਰ੍ਹਾਂ ਜਿਹੜਾ ਆ ਤੁਹਾਡਾ ਜਿਹੜਾ ਰੈਂਟ ਆ ਉਹ ਡਿਸਾਈਡ ਹੁੰਦਾ। ਇਹ ਤੁਹਾਡਾ ਜਿਹੜਾ ਫਸਟ ਟੋਪਿਕ ਸੀ ਇੱਥੇ ਰੈਂਟ ਆਫ ਲੈਂਡ, ਉਹ ਕੰਪਲੀਟ ਹੁੰਦਾ। ਹੁਣ ਨੈਕਸਟ ਹੈਗਾ ਕਿ ਨੈਕਸਟ ਜਨਰਲ ਕੰਸੈਪਟ ਆਫ ਰੈਂਟ ਇਜ਼ ਦਾ ਡਿਫਰੈਂਸ ਬਿਟਵੀਨ ਦੀ ਐਕਚੁਅਲ ਅਰਨਿੰਗ ਐਂਡ ਟਰਾਂਸਫਰ ਅਰਨਿੰਗ। ਹੁਣ ਸਭ ਤੋਂ ਪਹਿਲਾਂ ਇੱਥੇ ਆਪਾਂ ਨੂੰ ਦੱਸਣਾ ਪੈਣਾ ਐਕਚੁਅਲ ਅਰਨਿੰਗ ਅਤੇ ਟਰਾਂਸਫਰ ਅਰਨਿੰਗ ਹੁੰਦੇ ਕੀ ਹੈ। ਮਾਡਰਨ ਅਰਥਸ਼ਾਸਤਰੀਆਂ ਨੇ ਕਿਹਾ ਸੀਗਾ ਕਿ ਜਿਹੜੀ ਟਰਾਂਸਫਰ ਅਰਨਿੰਗ ਆ ਉਹਨੇ ਓਪਰਚੁਨਿਟੀ ਕਾਸਟ ਵੀ ਕਿਹਾ। ਜਿਹੜੇ ਤੁਹਾਡੇ ਫੈਕਟਰੀਜ਼ ਦਾ ਪ੍ਰੋਡਕਸ਼ਨ ਹੁੰਦੇ ਉਹਨਾਂ ਦਾ ਮੋਰ ਦੈਨ ਵਨ ਯੂਜ਼ ਹੁੰਦਾ ਆ, ਹੈ ਨਾ। ਤੁਸੀਂ ਇੱਕ ਦੀ ਥਾਂ 'ਤੇ ਦੂਸਰੀ ਥਾਂ ਵੀ ਉਹਨੂੰ ਯੂਜ਼ ਕਰ ਸਕਦੇ ਹੋ। ਮੰਨ ਲਓ ਅਸੀਂ ਦੂਸਰੀ ਥਾਂ 'ਤੇ ਕੋਈ ਫੈਕਟਰ ਯੂਜ਼ ਕਰਦੇ ਪਏ ਹਾਂ, ਪਰ ਜਿੱਥੇ ਉਹਨੂੰ ਪਹਿਲੀ ਥਾਂ 'ਤੇ ਯੂਜ਼ ਕਰਨਾ ਸੀ ਉੱਥੇ ਵੀ ਉਹਦੀ ਇਨਕਮ ਹੋਣੀ ਸੀ, ਪਰ ਉਹਨੂੰ ਅਸੀਂ ਯੂਜ਼ ਕੀਤਾ ਦੂਸਰੀ ਥਾਂ ਦੇ ਉੱਤੇ। ਇਹਦਾ ਮਤਲਬ ਕੀ ਆ ਕਿ ਜਦੋਂ ਅਸੀਂ ਉਹਨੂੰ ਦੂਸਰੀ ਥਾਂ ਦੇ ਉੱਤੇ ਯੂਜ਼ ਕੀਤਾ ਅਤੇ ਉਹ 'ਤੇ ਯੂਜ਼ ਕਰਨ ਦੇ ਨਾਲ ਉਹਦੇ ਜਿਹੜੇ ਪਹਿਲੀ ਥਾਂ 'ਤੇ ਹੋਣ ਵਾਲੀ ਯੂਜ਼ ਤੋਂ ਇਨਕਮ ਸੀ ਉਹ ਸਾਡੀ ਅਸੀਂ ਉਹਨੂੰ ਸੈਕਰੀਫਾਈਸ ਕੀਤਾ, ਉਹ ਸਾਡੀ ਓਪਰਚੁਨਿਟੀ ਕਾਸਟ ਹੋਏਗੀ, ਹੈ ਨਾ। ਅਤੇ ਜਿਹੜੀ ਸਾਧਨਾਂ ਦੀ ਸਪਲਾਈ ਆ ਪੂਰਤੀ ਉਹ ਤਿੰਨ ਤਰ੍ਹਾਂ ਦੀ ਅਸਲ 'ਚ ਹੋ ਸਕਦੀ ਹੁੰਦੀ ਹੈ। ਇੱਕ ਪਰਫੈਕਟਲੀ ਇਲਾਸਟਿਕ, ਪਰਫੈਕਟਲੀ ਇਨਲਾਸਟਿਕ ਅਤੇ ਇੱਕ ਲੈਸ ਦੈਨ ਪਰਫੈਕਟਲੀ ਇਲਾਸਟਿਕ। ਉਹਦੇ ਅਕੋਰਡਿੰਗ ਅਸੀਂ ਜਿਹੜੀ ਐਕਸਪਲੇਨੇਸ਼ਨ ਅੱਗੇ ਦੇਵਾਂਗੇ। ਜੇ ਸਾਧਨਾਂ ਦੀ ਪੂਰਤੀ ਐਕਚੁਅਲ ਅਰਨਿੰਗ ਤਾਂ ਐਕਚੁਅਲ ਅਰਨਿੰਗ ਉਹਦੀ ਟਰਾਂਸਫਰ ਅਰਨਿੰਗ ਜਿਹੜੇ ਉਹਦੇ ਸੈਕੰਡ ਯੂਜ਼ ਤੋਂ ਤੁਹਾਨੂੰ ਆਮਦਨ ਹੋਈ, ਜਿਹੜੀ ਉਹਦੀ ਓਪਰਚੁਨਿਟੀ ਕਾਸਟ ਸੀਗੀ ਜਿਹੜੀ, ਹੈ ਨਾ, ਉਹ ਅਤੇ ਰੈਂਟ ਕੀ ਹੁੰਦਾ? ਤੁਹਾਡੀ ਐਕਚੁਅਲ ਅਰਨਿੰਗ ਜਿੰਨੀ ਤੁਹਾਨੂੰ ਹੁੰਦੀ ਪਈ ਹੈ। ਟਰਾਂਸਫਰ ਅਰਨਿੰਗ ਜਿਹੜੀ ਉਹਦੀ ਓਪਰਚੁਨਿਟੀ ਕਾਸਟ ਤੋਂ ਤੁਹਾਨੂੰ ਹੋਣੀ ਸੀਗੀ, ਜਿਹੜੀ ਉਹਦੀ ਓਪਰਚੁਨਿਟੀ ਕਾਸਟ ਨਹੀਂ ਆ। ਜਿੰਨਾ ਉਹਦੇ 'ਚ ਡਿਫਰੈਂਸ ਹੋਏਗਾ ਉਨਾ ਜਿਹੜਾ ਰੈਂਟ ਆ ਉਹ ਹੋਏਗਾ, ਠੀਕ ਆ। ਹੁਣ ਸਭ ਤੋਂ ਪਹਿਲਾਂ ਤਾਂ ਮੰਨ ਲਓ ਕਿ ਇੱਥੇ ਸਾਡੀ ਕਰੰਟ ਲਿਖਿਆ ਗਿਆ, ਨਾਟ ਕਰੰਟ, ਨੋ ਕਰੰਟ, ਇਟਸ ਰੈਂਟ ਨਾਟ ਕਰੰਟ, ਠੀਕ ਆ। ਰੈਂਟ ਵੈਨ ਸਪਲਾਈ ਆਫ ਫੈਕਟਰੀ ਇਜ਼ ਪਰਫੈਕਟਲੀ ਇਲਾਸਟਿਕ। ਪਰਫੈਕਟਲੀ ਇਲਾਸਟਿਕ ਦਾ ਮਤਲਬ ਆ ਕਿ ਥੋੜ੍ਹੀ ਜਿਹੀ ਚੇਂਜ ਵੀ ਕੀਤੀ ਨਾ ਤਾਂ ਸਪਲਾਈ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਆ ਜਾਏਗੀ। ਇਹਦੀ ਕਰਵਾ ਹੁੰਦੀ ਹੈ, ਦੇਖੋ ਕਿ ਜਦੋਂ ਆ ਤੁਹਾਡਾ ਵਾਈ ਐਕਸਸ ਐਕਸ ਐਕਸਸ ਜਦੋਂ ਉਹ ਹੌਰੀਜ਼ੌਂਟਲ ਟੂ ਐਕਸ ਐਕਸਸ ਹੋਏਗੀ ਨਾ, ਆਹ ਸਪਲਾਈ ਕਰਵਾ ਤੁਹਾਡੀ, ਇਹਨੂੰ ਤੁਸੀਂ ਕਹਿੰਦੇ ਪਰਫੈਕਟਲੀ ਇਲਾਸਟਿਕ। ਅਤੇ ਇੱਥੇ ਸਾਡੀ ਸਪਲਾਈ ਕਰਵ ਇਹੀ ਆ, ਇਹ ਸਾਡੀ ਪਰਫੈਕਟਲੀ ਇਲਾਸਟਿਕ ਆ। ਹੁਣ ਡੀ ਡਿਮਾਂਡ ਕਰਵਾ, D1 ਸਾਡੀ ਸੈਕੰਡ ਡਿਮਾਂਡ ਕਰਵਾ ਸ਼ੁਰੂ 'ਚ E1 ਦੇ ਉੱਤੇ E ਦੇ ਉੱਤੇ ਇੰਟਰਸੈਕਟ ਕਰਦੀ ਹੈ D SS ਨੂੰ। ਰੇਟ ਆਫ ਇੰਟਰਸਟ 10% ਹੋਏਗਾ। ਜੇ ਡਿਮਾਂਡ ਵੱਧ ਗਈ ਤਾਂ ਵੀ ਰੇਟ ਆਫ ਇੰਟਰਸਟ 10% ਹੀ ਰਹੇਗਾ। ਜੇ ਡਿਮਾਂਡ ਹੋਰ ਵੱਧ ਗਈ ਤਾਂ ਵੀ ਰੇਟ ਆਫ ਇੰਟਰਸਟ 10% ਹੀ ਰਹੇਗਾ। ਕਿਉਂਕਿ ਇਸ ਕੇਸ ਦੇ ਵਿੱਚ ਐਕਚੁਅਲ ਅਰਨਿੰਗ ਅਤੇ ਟਰਾਂਸਫਰ ਅਰਨਿੰਗ ਆ ਜਿਹੜੇ ਦੋਨੋਂ ਹੀ ਕੀ ਆ, ਬਰਾਬਰ। ਸਪਲਾਈ ਆਫ ਲੇਬਰ, ਡਿਮਾਂਡ ਫਾਰ ਲੇਬਰ ਕਿੰਨੀ ਹੁੰਦੀ ਪਈ ਆ? ਡਿਮਾਂਡ ਆਫ ਲੇਬਰ ਹੁੰਦੀ ਪਈ ਹੈ 10, 20, 15, 20 ਇੱਦਾਂ ਡਿਮਾਂਡ ਫਾਰ ਲੇਬਰ ਵੱਧਦੀ ਪਈ ਆ। ਸਪਲਾਈ ਆਫ ਲੇਬਰ ਵੀ ਡਿਮਾਂਡ ਦੇ ਅਕੋਰਡਿੰਗ ਵੱਧਦੀ ਪਈ ਆ 10, 15, 20, ਪਰ ਐਕਚੁਅਲ ਅਰਨਿੰਗ 10 ਰਹਿੰਦੀ ਪਈ ਆ। ਟਰਾਂਸਫਰ ਅਰਨਿੰਗ ਜਿਹੜੀ ਉਹਦੀ ਉਹ ਵੀ 10 ਆ। ਰੈਂਟ ਕੀ ਹੁੰਦਾ? ਡਿਫਰੈਂਸ ਬਿਟਵੀਨ ਐਕਚੁਅਲ ਅਰਨਿੰਗ ਮਾਈਨਸ ਟਰਾਂਸਫਰ ਅਰਨਿੰਗ। ਐਕਚੁਅਲ ਅਰਨਿੰਗ ਅਤੇ ਟਰਾਂਸਫਰ ਅਰਨਿੰਗ ਦਾ ਡਿਫਰੈਂਸ 10 ਦਾ ਡਿਫਰੈਂਸ 0 ਰਹਿੰਦਾ ਪਿਆ। ਇਸ ਲਈ ਇਸ ਕੇਸ 'ਚ ਅਸੀਂ ਕਹਾਂਗੇ ਕਿ ਜਿਹੜੀ ਸਪਲਾਈ ਹੈਗੀ ਆ ਉਹ ਪਰ ਲੇਬਰ ਦੀ ਉਹ ਪਲੱਸ ਪਰਫੈਕਟਲੀ ਕੀ ਹੈਗੀ ਆ, ਜਿਹੜੀ ਤੁਹਾਡੀ ਰੈਂਟ ਦੀ ਸਪਲਾਈ ਆ ਉਹ ਕੀ ਹੈਗੀ ਆ, ਪਰਫੈਕਟਲੀ ਇਲਾਸਟਿਕ। ਇਸ ਕਰਕੇ ਉਹਦੇ ਕਰਕੇ ਜਿਹੜਾ ਤੁਹਾਡਾ ਰੈਂਟ ਆ ਉਹ ਜਿਹੜਾ ਉਹ ਰਹਿੰਦਾ ਪਿਆ ਸੇਮ, ਠੀਕ ਆ। ਅਤੇ ਮੈਂ ਇੱਕ ਵਾਰ ਫਿਰ ਦੱਸਦੀ ਹਾਂ ਇੱਥੇ ਕਿ ਇਹ ਇਸੇ ਤਰ੍ਹਾਂ ਸਮਝ ਨਹੀਂ ਆਉਣਾ। ਇਹ ਤੋਂ ਪਹਿਲਾਂ ਇੱਕ ਟੇਬਲ ਵੀ ਹੈਗਾ ਆ ਜਿਹੜਾ ਮੈਂ ਵੈਸੇ ਇੱਥੇ ਉੱਦਾਂ ਹੀ ਬੋਲ ਦਿੱਤਾ ਆ। ਇਸ ਲਈ ਤੁਹਾਨੂੰ ਇੱਕ ਮੇਰਾ ਸੁਜੈਸ਼ਨ ਆ ਕਿ ਤੁਸੀਂ ਜਦੋਂ ਇਹਨੂੰ ਟੋਪਿਕ ਨੂੰ ਪੜ੍ਹੋ ਅਤੇ ਜਿਹੜਾ ਮੈਂ ਸਟੱਡੀ ਮਟੀਰੀਅਲ ਸੈਂਡ ਕੀਤਾ ਇੱਕ ਵਾਰ ਉਹਨੂੰ ਜ਼ਰੂਰ ਸਾਹਮਣੇ ਰੱਖੋ। ਉਸ ਤੋਂ ਬਾਅਦ ਸੈਕਿੰਡ ਜਿਹੜਾ ਵੈਨ ਸਪਲਾਈ ਆਫ ਫੈਕਟਰ ਇਜ਼ ਪਰਫੈਕਟਲੀ ਇਨਲਾਸਟਿਕ। ਜੇ ਸਪਲਾਈ ਪੂਰੀ ਤਰ੍ਹਾਂ ਇਨਲਾਸਟਿਕ ਹੋਈ, ਜਿੱਦਾਂ ਇਹ ਆਪਾਂ ਪਿੱਛੇ ਵੀ ਕਰਕੇ ਹਟੇ, ਜੇ ਇਨਲਾਸਟਿਕ ਹੋਵੇ ਸਪਲਾਈ ਤਾਂ ਕਰਵਾ ਹੁੰਦੀ ਹੈ।
ਵਾਈ ਐਕਸਿਸ ਦੇ ਬਰਾਬਰ। ਜਿੱਦਾਂ ਆਹ ਪਿਛਲਾ ਸੀ ਨਾ ਐਕਸ ਐਕਸਿਸ ਤੇ ਹੋਰੀਜ਼ੋਨਟਲ, ਇਹ ਵਾਈ ਐਕਸਿਸ ਤੇ ਵਰਟੀਕਲ ਹੁੰਦੀ ਹੈ, ਠੀਕ ਹੈ। ਔਰ ਜਦੋਂ ਇਸ ਤਰ੍ਹਾਂ ਹੋਏਗਾ ਉਹਦੇ ਕੇਸ ਦੇ ਵਿੱਚ ਤਾਂ ਇਹ ਹੈ ਕਿ ਜੇ ਡਿਮਾਂਡ ਤੁਹਾਡੀ ਜਿੰਨੀ ਮਰਜ਼ੀ ਵਧੀ ਜਾਵੇ, ਜਿੰਨੀ ਮਰਜ਼ੀ ਘਟੀ ਜਾਵੇ, ਉਹਦਾ ਜਿਹੜਾ ਅਸਰ ਆ ਉਹ ਪਏਗਾ ਤੁਹਾਡੀ ਰੈਂਟ ਦੇ ਉੱਤੇ। ਜੇ ਡਿਮਾਂਡ ਘਟੂਗੀ ਤਾਂ ਰੈਂਟ ਘਟੇਗਾ, ਜੇ ਡਿਮਾਂਡ ਵਧੂਗੀ ਤਾਂ ਰੈਂਟ ਵਧੂਗਾ, ਠੀਕ ਆ। ਇਸ ਕੇਸ 'ਚ ਹੁੰਦਾ ਕਿ ਐਕਚੁਅਲ ਅਰਨਿੰਗ ਤੁਹਾਡੀ ਹੁੰਦੀ ਪਈ ਹੈ 10, 15, 20 ਇਸ ਤਰ੍ਹਾਂ। ਟਰਾਂਸਫਰ ਅਰਨਿੰਗ ਕੋਈ ਹੈ ਹੀ ਨਹੀਂ ਆ, ਇਸ ਲਈ ਤੁਹਾਡਾ ਰੈਂਟ ਆ ਜਿਹੜਾ ਟਰਾਂਸਫਰ ਅਰਨਿੰਗ ਮੀਨਸ ਉਹਦਾ ਜਿਹੜਾ ਸੈਕੰਡ ਯੂਜ਼ ਨਹੀਂ ਪੋਸੀਬਲ ਕਹਿ ਸਕਦੇ ਆਪਾਂ ਤੁਹਾਡੇ ਫੈਕਟਰ ਦਾ। ਅਤੇ ਉਸ ਕੇਸ ਦੇ ਵਿੱਚ ਤੁਹਾਡੀ ਜਿਹੜੀ ਰੈਂਟ ਆ ਉਹ 10, 15, 20 ਐਕਚੁਅਲ ਅਰਨਿੰਗ ਦੇ ਅਕੋਰਡਿੰਗ ਹੋ ਜਾਏਗਾ। ਇਸ ਲਈ ਜੇ ਡਿਮਾਂਡ ਵਧੂਗੀ ਅਤੇ ਰੈਂਟ ਵੱਧ ਜਾਏਗਾ, ਜੇ ਡਿਮਾਂਡ ਘਟੇਗੀ ਤਾਂ ਰੈਂਟ ਘਟ ਜਾਏਗਾ। ਨੈਕਸਟ ਜਿਹੜਾ ਸੀਗਾ ਉਹ ਹੈਗਾ ਸਾਡਾ ਥਰਡ, ਰੈਂਟ ਵੈਨ ਦੀ ਸਪਲਾਈ ਆਫ ਫੈਕਟਰ ਇਜ਼ ਲੈਸ ਦੈਨ ਪਰਫੈਕਟਲੀ ਇਲਾਸਟਿਕ। ਜਦੋਂ ਕਿਸੇ ਦੀ ਸਪਲਾਈ ਲੈਸ ਦੈਨ ਪਰਫੈਕਟਲੀ ਇਲਾਸਟਿਕ ਹੋਵੇ ਤਾਂ ਉਹਦੀ ਕਰਵ ਇਹ ਬਣਨੀ ਹੈ, ਐਸ ਕਰਵ ਹੈ ਨਾ, ਲੈਸ ਦੈਨ ਪਰਫੈਕਟਲੀ ਇਲਾਸਟਿਕ। ਇਸ ਕੇਸ ਦੇ ਵਿੱਚ ਇਹ ਆ ਕਿ ਇੱਥੇ ਸਪਲਾਈ ਅਤੇ ਡਿਮਾਂਡ ਦੋਨੇ ਹੀ ਫੈਕਟਰਸ ਇਫੈਕਟ ਕਰਦੇ ਪਏ ਆ। ਜਦੋਂ ਇਹਦੇ ਵਿੱਚ ਇਹਨੂੰ ਇਸ ਤਰ੍ਹਾਂ ਐਕਸਪਲੇਨ ਕੀਤਾ ਜਾਂਦਾ ਕਿ ਡਿਮਾਂਡ ਫॉर ਲੇਬਰ 10, 20, 30 ਹੁੰਦੀ ਪਈ ਆ, ਐਕਚੁਅਲ ਅਰਨਿੰਗ ਆ ਜਿਹੜੀ ਉਹ 10, 15, 20 ਆ, ਅਤੇ ਟਰਾਂਸਫਰ ਅਰਨਿੰਗ 10, 10, 10 ਆ। ਇਸ ਲਈ ਜਦੋਂ ਐਕਚੁਅਲ ਅਰਨਿੰਗ 10 ਆ, ਟਰਾਂਸਫਰ ਅਰਨਿੰਗ 0 ਆ, ਤਾਂ ਰੈਂਟ ਕਿੰਨਾ ਹੋਏਗਾ 0। ਸੌਰੀ, ਐਕਚੁਅਲ ਅਰਨਿੰਗ ਵੀ 10 ਆ, ਟਰਾਂਸਫਰ ਅਰਨਿੰਗ ਵੀ 10 ਆ, ਤਾਂ ਰੈਂਟ ਕਿੰਨਾ ਹੋਣਾ 0। ਐਕਚੁਅਲ ਅਰਨਿੰਗ ਵੱਧ ਗਈ 15, ਟਰਾਂਸਫਰ ਅਰਨਿੰਗ 10 ਹੀ ਰਹਿ ਗਈ, ਰੈਂਟ ਹੋਏਗਾ 5। ਜਦੋਂ ਐਕਚੁਅਲ ਅਰਨਿੰਗ ਹੋ ਗਈ 20, ਟਰਾਂਸਫਰ ਅਰਨਿੰਗ 10 ਹੀ ਰਹਿ ਗਈ, ਅਤੇ ਰੈਂਟ ਹੋਏਗਾ 10। ਇਸ ਤਰ੍ਹਾਂ ਹੀ ਆ। ਇਹਦਾ ਮਤਲਬ ਇਹ ਹੈ ਕਿ ਦੋਨਾਂ 'ਚ ਚੇਂਜ ਹੁੰਦੀ ਪਈ ਹੈ, ਡਿਮਾਂਡ ਦੇ ਵਿੱਚ ਵੀ ਅਤੇ ਸਪਲਾਈ ਦੇ ਵਿੱਚ, ਐਕਚੁਅਲ ਅਰਨਿੰਗ ਦੇ ਵਿੱਚ ਵੀ ਅਤੇ ਟਰਾਂਸਫਰ ਅਰਨਿੰਗ ਦੇ ਵਿੱਚ ਵੀ। ਅਤੇ ਜਦੋਂ ਦੋਨੇ ਹੀ ਨਵੇਂ ਪੁਆਇੰਟ 'ਤੇ ਪਹਿਲਾਂ ਈ ਦੇ ਉੱਤੇ ਇੰਟਰਸੈਕਟ ਕਰਦੇ ਆ, ਰੈਂਟ W ਆ, ਅਤੇ ਜਦੋਂ E1 ਦੇ ਉੱਤੇ ਇੰਟਰਸੈਕਟ ਕਰਨਗੇ ਤਾਂ ਜਿਹੜਾ ਰੈਂਟ ਆ ਉਹ W1 ਹੋਏਗਾ। ਉਸ ਤੋਂ ਬਾਅਦ ਇਸ ਥਿਊਰੀ ਦੇ ਫੀਚਰਸ ਕੀ ਆ? ਇਹਦੇ ਵਿੱਚ ਇੱਕ ਤਾਂ ਗੱਲ ਇਹ ਆ ਨਾ ਵੀ ਮੰਡੀ ਸਿਸਟਮ ਖਤਮ। ਅੱਗੇ ਇਹ ਆ ਕਿ ਜਿਹੜੇ ਇਹਦੀਆਂ ਵਿਸ਼ੇਸ਼ਤਾਵਾਂ ਇਹ ਹੈ ਕਿ ਉਤਪਾਦਨ ਦੇ ਸਾਰੇ ਸਾਧਨਾਂ 'ਤੇ ਲਾਗੂ ਹੁੰਦਾ, ਨਾ ਸਿਰਫ ਭੂਮੀ 'ਤੇ, ਇਹ ਜਿਹੜਾ ਲਾਅ ਆ। ਉਸ ਤੋਂ ਬਾਅਦ ਉਤਪਾਦਨ ਦੇ ਸਾਰੇ ਸਾਧਨਾਂ ਨੂੰ ਪ੍ਰਾਪਤ ਆਮਦਨ ਦਾ ਇੱਕ ਭਾਗ ਹੋ ਸਕਦੀ ਹੈ ਰੈਂਟ, ਅਤੇ ਭੂਮੀ ਦੀ ਸਾਰੀ ਆਮਦਨ ਆ ਜਿਹੜੀ ਉਹ ਰੈਂਟ ਕਹਾਉਂਦੀ ਆ। ਉਸ ਤੋਂ ਬਾਅਦ ਲਗਾਨ ਆ ਜਿਹੜਾ ਉਹ ਐਕਚੁਅਲ ਅਰਨਿੰਗ ਅਤੇ ਜਿਹੜੀ ਟਰਾਂਸਫਰ ਅਰਨਿੰਗ ਦਾ ਡਿਫਰੈਂਸ ਹੁੰਦਾ ਆ। ਉਸ ਤੋਂ ਬਾਅਦ ਤੁਸੀਂ ਰਿਕਾਰਡੋ ਅਤੇ ਮਾਡਰਨ ਥਿਊਰੀ ਦਾ ਡਿਫਰੈਂਸ ਕਰਨਾ ਆ, ਇਹ ਤੁਸੀਂ ਕਰ ਹੀ ਚੁੱਕੇ ਹੋ। ਰਿਕਾਰਡੋ ਦੀ ਥਿਊਰੀ ਪਿਛਲੇ ਸਮੈਸਟਰ ਦੇ ਲੈਕਚਰ 'ਚ ਕਰ ਲਈ ਹੈ, ਅਤੇ ਮਾਡਰਨ ਥਿਊਰੀ ਜਿਹੜੀ ਆ ਉਹ ਅਸੀਂ ਅੱਜ ਕਰ ਲਈ ਹੈ। ਡਿਫਰੈਂਸ ਤੁਸੀਂ ਕਰਨਾ ਆਪ ਕਰਨਾ ਹੈ। ਮੈਂ ਸਟੱਡੀ ਮਟੀਰੀਅਲ ਵੈਸੇ ਸੈਂਡ ਕਰਤਾ ਹੈ। ਉਸ ਤੋਂ ਬਾਅਦ ਜੇ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਕਾਲ ਕਰ ਲਈਓ, ਆਪਾਂ ਕਲੀਅਰ ਕਰ ਲਾਂਗੇ। ਅਤੇ ਉਸ ਤੋਂ ਬਾਅਦ ਇੱਕ ਇਹਦਾ ਕੰਸੈਪਟ ਹੈਗਾ ਕਿ ਕੁਆਸੀ ਰੈਂਟ ਕੀ ਹੁੰਦਾ। ਇਹ ਟੌਪਿਕ ਰਹਿੰਦਾ ਇਹਦਾ ਇੱਕ, ਕੁਆਸੀ ਰੈਂਟ, ਉਹ ਵੀ ਆਪਾਂ ਹੁਣੇ ਗੱਲ ਕਰ ਲੈਂਦੇ ਹਾਂ। ਕੁਆਸੀ ਰੈਂਟ ਕੀ ਹੁੰਦਾ ਅਸਲ 'ਚ? ਕੁਆਸੀ ਰੈਂਟ ਦਾ ਜਿਹੜਾ ਟੌਪਿਕ ਆ, ਕੰਸੈਪਟ ਆ, ਡਾਕਟਰ ਮਾਰਸ਼ਲ ਨੇ ਦਿੱਤਾ ਸੀਗਾ। ਉਹਨੇ ਕਿਹਾ ਸੀਗਾ ਕਿ ਸ਼ਾਰਟ ਪੀਰੀਅਡ ਦੇ ਵਿੱਚ ਜਿਹੜੀ ਭੂਮੀ ਦੇ ਇਲਾਵਾ ਮਨੁੱਖ ਰਾਹੀਂ ਬਣਾਏ ਗਏ ਜਿਹੜੇ ਸਾਧਨ ਆ, ਸਾਧਨਾਂ ਤੋਂ ਪ੍ਰਾਪਤ ਆਮਦਨ ਆ, ਉਹ ਸ਼ਾਰਟ ਪੀਰੀਅਡ 'ਚ ਫਿਕਸ ਰਹਿੰਦੀ ਆ। ਦੇਖੋ ਤੁਹਾਡੀ ਕੈਪੀਟਲ ਆਓ, ਤੁਸੀਂ ਲੌਂਗ ਪੀਰੀਅਡ 'ਚ ਤਾਂ ਵਧਾ ਸਕਦੇ, ਮਤਲਬ ਲੈਂਡ ਤੋਂ ਇਲਾਵਾ ਬਾਕੀ ਸਾਰੇ ਫੈਕਟਰਸ ਜਿਹੜੇ ਮੈਨਮੇਡ ਫੈਕਟਰਸ ਆ, ਉਹਨਾਂ ਦੀ ਜਿਹੜੀ ਆਮਦਨ ਵੀ, ਉਹਨਾਂ ਤੋਂ ਪ੍ਰਾਪਤ ਆਮਦਨ ਵੀ ਹੈ ਜਿਹੜੀ ਸ਼ਾਰਟ ਪੀਰੀਅਡ ਦੇ ਵਿੱਚ ਫਿਕਸ ਰਹਿੰਦੀ ਆ। The term quasi rent will be used in the present value as income derived from the machines and other appliances of production made by the man. ਇਸ ਲਈ ਵਰਤਮਾਨ ਦੇ ਵਿੱਚ ਕੁਆਸੀ ਰੈਂਟ ਕੀ ਹੁੰਦਾ? ਕੁਆਸੀ ਰੈਂਟ ਸਭ ਤੋਂ ਪਹਿਲਾਂ ਤਾਂ ਦੱਸਾਂ ਮੈਂ, ਇਹ ਲੈਟਿਨ ਭਾਸ਼ਾ ਦਾ ਸ਼ਬਦ ਆ, ਐਜ਼ ਇਫ। ਇਸ ਤਰ੍ਹਾਂ ਕੁਆਸੀ ਰੈਂਟ ਤੋਂ ਭਾਵ ਜਿਵੇਂ ਕਿ ਲਗਾਨ। ਅਤੇ ਮਾਰਸ਼ਲ ਨੇ ਮੰਨਿਆ ਸੀਗਾ ਕਿ ਰਿਕਾਰਡੋ ਦਾ ਜਿਹੜਾ ਸਿਧਾਂਤ ਆ ਉਹ ਇਹ ਮੰਨਦਾ ਕਿ ਭੂਮੀ ਦੇ ਲਈ, ਲੈਂਡ ਦੇ ਲਈ ਜਿਹੜਾ ਰੈਂਟ ਆ ਉਹ ਦਿੱਤਾ ਜਾਂਦਾ, ਅਤੇ ਸ਼ਾਰਟ ਪੀਰੀਅਡ ਦੇ ਵਿੱਚ, ਪਰ ਸ਼ਾਰਟ ਪੀਰੀਅਡ ਦੇ ਵਿੱਚ ਤਾਂ ਸਾਰੇ ਫੈਕਟਰਸ ਦੀ ਜਿਹੜੀ ਸਪਲਾਈ ਆ ਉਹ ਥੋੜ੍ਹੀ ਹੁੰਦੀ ਆ। ਇਸ ਲਈ ਇਹਨਾਂ ਸਾਧਨਾਂ ਦੀ ਆਮਦਨ ਨੂੰ ਫਿਰ ਕੁਆਸੀ ਰੈਂਟ ਕਹਿ ਦਿੱਤਾ ਉਹਨੇ। ਇਹਨਾਂ ਨੂੰ ਲਗਾਨ ਨਹੀਂ ਕਿਹਾ ਜਾ ਸਕਦਾ ਸੀ, ਕਿਉਂਕਿ ਲੌਂਗ ਪੀਰੀਅਡ ਦੇ ਵਿੱਚ ਤਾਂ ਇਹਨਾਂ ਦੀ ਪੂਰਤੀ ਨੂੰ ਵਧਾਇਆ ਜਾ ਸਕਦਾ ਹੁੰਦਾ। ਇਸ ਲਈ ਲੌਂਗ ਪੀਰੀਅਡ 'ਚ ਇਹਨਾਂ 'ਤੇ ਕੋਈ ਸਰਪਲਸ ਨਹੀਂ ਮਿਲਦਾ, ਪਰ ਸ਼ਾਰਟ ਪੀਰੀਅਡ 'ਚ ਮਿਲਦਾ ਹੈ ਨਾ। ਇਸ ਲਈ ਇਸ ਤਰ੍ਹਾਂ ਮਨੁੱਖ ਰਾਹੀਂ ਨਿਰਭਰ ਵਸਤਾਂ ਨੂੰ ਅਲਪਕਾਲ ਵਿੱਚ ਮਿਲਣ ਵਾਲੀ ਆਮਦਨ ਜਿਹੜੀ ਉਹ ਲਗਾਨ ਵਰਗੀ ਹੋਈ ਹੁੰਦੀ ਹੈ, ਪਰ ਲੌਂਗ ਪੀਰੀਅਡ 'ਚ ਇਹਦੇ 'ਚੋਂ ਕੋਈ ਆਮਦਨ ਮਿਲਣੀ ਨਹੀਂ। ਸ਼ਾਰਟ ਪੀਰੀਅਡ 'ਚ ਤਾਂ ਮਿਲਣੀ ਹੈ ਨਾ, ਕਿਉਂਕਿ ਸ਼ਾਰਟ ਪੀਰੀਅਡ 'ਚ ਫੈਕਟਰਸ ਆ ਜਿਹੜੇ ਉਹ ਕੀ ਆ, ਫਿਕਸ। ਇਸ ਲਈ ਲੌਂਗ ਪੀਰੀਅਡ 'ਚ ਤਾਂ ਇਹ ਤੋਂ ਕੋਈ ਫੈਕਟਰ ਤੋਂ ਇਨਕਮ ਹੋਣੀ ਨਹੀਂ ਹੈ। ਇਸ ਲਈ ਇਸ ਨੂੰ ਫਿਰ ਉਹਨੇ ਕੁਆਸੀ ਰੈਂਟ ਜਿਹੜਾ ਕੰਸੈਪਟ ਆ ਕਿਹਾ। ਕੁਆਸੀ ਰੈਂਟ ਅਸਲ 'ਚ ਹੁੰਦਾ ਕੀ ਆ? ਟੋਟਲ ਇਨਕਮ ਮਾਈਨਸ ਟੋਟਲ ਵੇਰੀਏਬਲ ਕਾਸਟ। ਸਾਡੀ ਜਿਹੜੀ ਵੇਰੀਏਬਲ ਕਾਸਟ ਆ ਉਹ ਕਿੰਨੀ ਆ, ਇਹ ਜਿਹੜਾ ਹੁੰਦਾ। ਇਹਦੇ ਲਈ ਇੱਕ ਇੱਥੇ ਡਾਇਗਰਾਮ ਵੀ ਹੈਗੀ ਹੈ। ਡਾਇਗਰਾਮ ਮੈਂ ਤੁਹਾਨੂੰ ਬਿਨਾਂ ਸ਼ੱਕ ਜੇ ਬਾਕੀ ਡਾਇਗਰਾਮਸ ਦਿੱਤੀਆਂ ਤਾਂ ਉਹ ਵੀ ਦੇ ਸਕਦੀ ਹਾਂ, ਪਰ ਕਿਉਂਕਿ ਆਪਾਂ ਐਵਰੇਜ ਕਾਸਟ ਦਾ ਕੰਸੈਪਟ ਵੀ ਕਰ ਚੁੱਕੇ ਹਾਂ, ਆਪਾਂ ਪਰਫੈਕਟ ਕੰਪੀਟੀਸ਼ਨ ਵਾਲਾ ਕੰਸੈਪਟ ਉਹਦੇ ਮਾਰਜਨ ਰੈਵਨਿਊ, ਐਵਰੇਜ ਰੈਵਨਿਊ ਵੀ ਕਰ ਚੁੱਕੇ ਹਾਂ। ਇਸ ਲਈ ਮੈਂ ਇਹ ਡਾਇਗਰਾਮ ਤੁਹਾਡੇ ਲਈ ਛੱਡਦੀ ਹਾਂ ਕਿ ਤੁਸੀਂ ਇਹਨੂੰ ਇੱਕ ਵਾਰ ਸਮਝੋ।
ਵੈਸੇ ਮੈਂ ਡਾਇਗਰਾਮ ਨੂੰ ਉੱਦਾਂ ਐਕਸਪਲੇਨ ਕਰ ਦਿੰਦੀ ਹਾਂ। ਮੈਂ ਇੱਥੇ ਇਹ ਵੀ ਸੁਜੈਸਟ ਕਰਦੀ ਹਾਂ ਕਿ ਇੱਥੇ ਤੁਸੀਂ ਸਟੱਡੀ ਮਟੀਰੀਅਲ ਬਿਨਾਂ ਸ਼ੱਕ ਦੇਖਣਾ ਹੈ, ਪਰ ਡਾਇਗਰਾਮ ਜੋ ਮੈਂ ਇੱਥੇ ਬੋਲਣ ਲੱਗੀ ਹਾਂ ਨਾ ਉਹਦੇ ਅਕੋਰਡਿੰਗ ਡਰਾ ਕਰੀਓ। ਮਤਲਬ ਕਿਤਾਬ ਤੋਂ ਦੇਖ ਕੇ ਨਹੀਂ ਜਾਂ ਸਟੱਡੀ ਮਟੀਰੀਅਲ ਤੋਂ ਦੇਖ ਕੇ ਕਿਤਾਬ ਡਾਇਗਰਾਮ ਡਰਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਤੁਸੀਂ ਦੇਖੋਗੇ ਤੁਹਾਨੂੰ ਡਾਇਗਰਾਮ ਡਰਾ ਕਰਨੀ ਆ ਗਈ ਹੈ ਜਾਂ ਨਹੀਂ ਆ ਗਈ। ਇਸ ਲਈ ਮੈਂ ਇੱਥੇ ਡਾਇਗਰਾਮ ਸਟੈਪ ਬਾਈ ਸਟੈਪ ਬੋਲਣ ਲੱਗੀ ਹਾਂ ਕਿ ਕੀ ਇਹਦੇ ਵਿੱਚ ਹੈ। ਇਸ ਲਈ ਤੁਸੀਂ ਉਹਨੂੰ ਆਪ ਡਰਾ ਕਰਨ ਦੀ ਕੋਸ਼ਿਸ਼ ਕਰਿਓ। ਜੇ ਨਹੀਂ ਮਿਲਿਆ ਨਹੀਂ ਹੋਇਆ ਤਾਂ ਤੁਸੀਂ ਫਿਰ ਦੇਖ ਸਕਦੇ ਹੋ, ਅਤੇ ਫਿਰ ਤਾਂ ਬਿਨਾਂ ਸ਼ੱਕ ਜੋ ਮੈਂ ਇੱਥੇ ਦੱਸਿਆ ਉਹਦੇ ਅਕੋਰਡਿੰਗ ਫਿਰ ਤੁਹਾਡੀ ਡਾਇਗਰਾਮ ਫਿਰ ਤਾਂ ਕਲੀਅਰ ਵੀ ਹੋ ਜਾਏਗੀ, ਨੋ ਡਾਊਟ। ਦੇਖੋ ਸਭ ਤੋਂ ਪਹਿਲਾਂ ਤਾਂ OX ਤੇ ਆਊਟਪੁੱਟ ਦਿਖਾਈ ਹੈ ਜੀ, OY ਤੇ ਕਾਸਟ ਤੇ ਪ੍ਰਾਈਸ, MC ਜਿਹੜੀ ਆ ਪਤਾ ਹੀ ਆਪਾਂ ਨੂੰ ਮਾਰਜਨਲ ਕਾਸਟ ਕਰਵ ਹੁੰਦੀ ਆ, ABC ਐਵਰੇਜ ਵੇਰੀਏਬਲ ਕਾਸਟ ਹੁੰਦੀ ਆ, OP ਸ਼ੁਰੂ ਦਾ ਕਰੰਟ ਦਾ ਜਿਹੜਾ ਪ੍ਰਾਈਸ ਆ, ਅਤੇ ਜੇ ਤੇ ਜਿਹੜੀ ਆਊਟਪੁੱਟ ਆ ਕਿੰਨੀ ਹੋਏਗੀ OP ਕਾਸਟ ਤੇ ਜਾਂ OP ਪ੍ਰਾਈਸ ਦੇ ਉੱਤੇ ਜਿਹੜੀ ਕਾਸਟ ਆ ਉਹ ਹੋਣੀ ਆ OQ। ਅਤੇ ਇੱਥੇ ਫਰਮ ਜਿਹੜੀ ਆ ਕੋਈ ਵੀ ਇਕੁਇਲੀਬਰੀਅਮ ਹੋਣੀ ਆ, ਕਿਉਂਕਿ ਜਿਹੜੀ ਫਰਮ ਆ ਉਹ 'ਤੇ ਘਟਦੀ ਵੱਧਦੀ ਕਾਸਟ ਦਾ ਜਿਹੜਾ ਨਿਯਮ ਆ ਉਹਦੇ ਬਰਾਬਰ ਹੁੰਦੀ ਹੈ। ਇਹ 'ਤੇ ਕੋਈ ਕੁਆਸੀ ਰੈਂਟ ਨਹੀਂ ਮਿਲਦਾ ਪਿਆ ਉਹਨੂੰ। ਜੇਕਰ ਕੀਮਤ ਵੱਧ ਕੇ ਤੁਹਾਡੀ AP1 ਹੋ ਗਈ ਮੰਨ ਲਓ, ਹੈ ਨਾ, AP1 ਜੇ ਤੁਹਾਡੀ ਕੀਮਤ ਹੋ ਗਈ ਤਾਂ ਤੁਹਾਡੀ ਫਰਮ ਦਾ ਜਿਹੜਾ ਪ੍ਰੋਡਕਸ਼ਨ ਆ ਉਹ ਵੀ ਵੱਧ ਕੇ ਕਿੰਨੀ ਹੋ ਜਾਣੀ ਆ, ਆਊਟਪੁੱਟ ਵੀ ਵੱਧ ਕੇ ਕਿੰਨਾ ਹੋ ਜਾਣਾ OQ1, ਮਤਲਬ ਉਹਨਾਂ ਤੁਸੀਂ ਪ੍ਰੋਡਿਊਸ ਕਰਨਾ। ਅਤੇ ਠੀਕ ਆ, ਅਤੇ OQ1 ਮਾਤਰਾ 'ਤੇ ਜਿਹੜੀ ਕੀਮਤ ਆ AQ1 ਉਸ ਦੀ ਘਟਦੀ ਵੱਧਦੀ ਲਾਗਤ ਆ AB ਤੋਂ ਬਰਾਬਰ ਵੱਧ ਹੋਣੀ ਹੈ। ਠੀਕ ਹੈ, ਇਹ ਇੱਥੇ ਤੁਹਾਨੂੰ AB ਹੈ ਜਿਹੜਾ ਉਹ ਕੁਆਸੀ ਰੈਂਟ ਮਿਲਣਾ ਅਸਲ 'ਚ। ਮਤਲਬ ਜਦੋਂ ਤੁਸੀਂ ਹੁਣ ਪਹਿਲਾਂ ਪ੍ਰੋਡਕਸ਼ਨ ਤੁਹਾਡੀ ਸੀ OQ, ਹੁਣ ਤੁਸੀਂ ਕਿੰਨਾ ਪ੍ਰੋਡਿਊਸ ਕਰਨਾ OQ1। ਪਹਿਲਾਂ ਤਾਂ ਤੁਹਾਡਾ ਪ੍ਰਾਈਸ ਜਿਹੜਾ ਤੁਹਾਡਾ ਸੀ OP, ਹੁਣ ਕਿੰਨਾ ਤੁਹਾਡਾ ਪ੍ਰਾਈਸ OP1। ਇਸ ਲਈ A to B ਹੈ ਜਿਹੜਾ ਤੁਹਾਡਾ ਇੱਥੇ ਕੁਆਸੀ ਰੈਂਟ ਹੋਣਾ, ਅਤੇ ਕੁੱਲ ਕੁਆਸੀ ਰੈਂਟ ਹੈ ਜਿਹੜਾ ਤੁਹਾਡਾ ਹੋ ਜਾਣਾ ABTP1, ABTP1। ਇਸ ਦਾ ਮਤਲਬ ਉੱਥੇ ਰੈਂਟ ਹੈ ਜਿਹੜਾ ਉਹ ਰਾਈਜ਼ ਹੋਏਗਾ। ਇਸੇ ਤਰ੍ਹਾਂ ਜੇ ਪ੍ਰਾਈਸ ਹੋਰ ਵੱਧ ਗਿਆ OP2 'ਤੇ ਚਲ ਗਿਆ, ਅਤੇ ਆਊਟਪੁੱਟ ਤੁਹਾਡੀ OQ2 'ਤੇ ਚਲ ਜਾਏਗੀ, ਅਤੇ ਤੁਹਾਨੂੰ ਜਿਹੜਾ ਇੱਥੇ ਜਿਹੜਾ ਉਹ ਕੁਆਸੀ ਰੈਂਟ ਮਿਲਣਾ ਹੋਣਾ C2D, ਅਤੇ C2D ਹੋਣਾ ਆ। ਅਤੇ ਇੱਥੇ ਹੁਣ ਤੁਹਾਡਾ ਕੁਆਸੀ ਰੈਂਟ ਆ ਜਿਹੜਾ ਹੋਣਾ P1 P2 CD, ਜਾਂ ਇੱਦਾਂ ਕਹਿ ਲਓ CD P2 P1, ਹੈ ਨਾ। ਇਹ ਤੁਹਾਡਾ ਜਿਹੜਾ ਜਾਂ CD P1 P2, ਠੀਕ ਹੈ। ਉਸ ਤੋਂ ਬਾਅਦ ਇਹਦੇ ਵਿੱਚ ਇਹ ਹੁੰਦਾ ਕਿ ਵਟ ਇਜ਼ ਦ ਸਿਮਿਲੈਰਿਟੀਜ਼ ਬਿਟਵੀਨ ਦੀ ਰੈਂਟ ਐਂਡ ਕੁਆਸੀ ਰੈਂਟ। ਇਹਨਾਂ ਦੋਨਾਂ 'ਚ ਕੀ ਸਿਮਿਲਰ ਹੈ, ਦੋਨੋਂ ਹੀ ਸਰਪਲਸ ਹੁੰਦੇ ਆ, ਠੀਕ ਹੈ, ਔਰ ਦੋਨੇ ਤੁਸੀਂ ਜਿਹੜੇ ਫਿਕਸ ਫੈਕਟਰਸ ਆ ਉਹਨਾਂ ਦੇ ਲੱਗਦੇ ਪਏ ਆ। ਮਤਲਬ ਲੈਂਡ ਤਾਂ ਹਮੇਸ਼ਾ ਹੀ ਫਿਕਸ ਹੁੰਦਾ ਹੈ, ਅਤੇ ਉਸ ਤੋਂ ਬਾਅਦ ਕਿਉਂਕਿ ਇਹ ਨੈਚੁਰਲ ਮੰਨਿਆ ਜਾਂਦਾ ਇਹਨੂੰ, ਫੈਕਟਰ ਇਹਨੂੰ ਵਧਾ ਨਹੀਂ ਜਾ ਸਕਦਾ, ਔਰ ਇਹ ਸਪਲਾਈ ਨੈਚੁਰਲ ਆ ਨਾ। ਅਤੇ ਉਸ ਤੋਂ ਬਾਅਦ ਜਿਹੜੇ ਦੂਸਰੇ ਫੈਕਟਰ ਸ਼ਾਰਟ ਰਨ 'ਚ ਲੈਂਦੇ ਪਏ ਆ, ਅਤੇ ਉਹ ਵੀ ਜਿਹੜੇ ਸ਼ਾਰਟ ਪੀਰੀਅਡ ਦੇ ਵਿੱਚ ਤਾਂ ਉਹ ਵੀ ਜਿਹੜੇ ਆ ਫਿਕਸ ਹੀ ਹੁੰਦੇ ਆ ਨਾ। ਉਸ ਤੋਂ ਬਾਅਦ ਨੈਕਸਟ ਹੈਗਾ ਡਿਫਰੈਂਸ ਬਿਟਵੀਨ ਦੀ ਰੈਂਟ ਐਂਡ ਕੁਆਸੀ ਰੈਂਟ। ਇਹਨਾਂ ਦੋਨਾਂ 'ਚ ਡਿਫਰੈਂਸ ਵੀ ਕੀ ਆ, ਜਿਹੜਾ ਰੈਂਟ ਆ ਉਹ ਕੁਦਰਤੀ ਫੈਕਟਰ ਆ ਲੈਂਡ ਉੱਤੇ ਲੱਗਦਾ, ਅਤੇ ਜਿਹੜਾ ਕੁਆਸੀ ਰੈਂਟ ਆ ਉਹ ਮੇਡ ਫੈਕਟਰਸ ਦੇ ਉੱਤੇ ਲੱਗਦਾ। ਅਤੇ ਜਿਹੜਾ ਰੈਂਟ ਆ ਉਹ ਲੌਂਗ ਅਤੇ ਸ਼ਾਰਟ ਦੋਨਾਂ ਪੀਰੀਅਡਸ ਦੇ ਵਿੱਚ ਲੱਗਦਾ, ਅਤੇ ਜਿਹੜਾ ਕੁਆਸੀ ਰੈਂਟ ਆ ਉਹ ਸਿਰਫ ਸ਼ਾਰਟ ਪੀਰੀਅਡ 'ਚ ਲੱਗਦਾ। ਅਤੇ ਰੈਂਟ ਆ ਜਿਹੜਾ ਉਹਨੂੰ ਇਕਨੋਮਿਕ ਰੈਂਟ ਵੀ ਕਹਿੰਦੇ ਆ, ਅਤੇ ਉਹ ਹੁੰਦਾ ਐਕਚੁਅਲ ਅਰਨਿੰਗ ਮਾਈਨਸ ਟਰਾਂਸਫਰ ਅਰਨਿੰਗ, ਹੈ ਨਾ, ਕੁੱਲ ਆਮਦਨ ਮਾਈਨਸ ਕੁੱਲ ਲਾਗਤ। ਅਤੇ ਕੁਆਸੀ ਰੈਂਟ ਹੁੰਦਾ ਟੋਟਲ ਆਮਦਨ, ਟੋਟਲ ਇਨਕਮ ਮਾਈਨਸ ਟੋਟਲ ਵੇਰੀਏਬਲ ਕਾਸਟ। ਠੀਕ ਹੈ, ਇਹ ਸੀ ਰੈਂਟ ਦਾ ਕੰਸੈਪਟ। ਇਹਦੇ ਨਾਲ ਇਹ ਕੰਪਲੀਟ ਹੁੰਦਾ। ਨੈਕਸਟ ਟੌਪਿਕ ਆਪਾਂ ਨੈਕਸਟ ਲੈਕਚਰ 'ਚ ਕੱਲ੍ਹ ਕਰਾਂਗੇ, ਆਈ ਮੀਨ ਟੂ ਸੇ ਮੰਡੇ ਕਰਾਂਗੇ। ਮੰਡੇ ਸ਼ਾਇਦ ਛੁੱਟੀ ਹੋਏਗੀ, ਟਿਊਸਡੇ ਕਰਾਂਗੇ। ਥੈਂਕ ਯੂ ਸੋ ਮਚ।